ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਸ਼ੁਰੂ ਕਰੀਏ ਪੰਜਾਬੀ ਵਾਰਤਕ। ਵਾਰਤਕ ਦੇ ਅੰਦਰ ਆਪਾਂ ਪੰਜਾਬੀ ਵਾਰਤਕਕਾਰ ਪੜਾਂਗੇ ਭਾਈ। ਪਾਠਕ੍ਰਮ ਦੇ ਹਿਸਾਬ ਨਾਲ ਜਿਹੜਾ ਪਹਿਲਾ ਵਾਰਤਕਕਾਰ ਪੜਦਾ ਹੈ ਆਪਣਾ ਉਹ ਹੈ ਸਰਦਾਰ ਰਾਮ ਫਲੋਰੀ। ਉਸੇ ਕਰਮ ਦੇ ਵਿੱਚ ਆਪਾਂ ਚੱਲਾਂਗੇ। ਆਧੁਨਿਕ ਵਾਰਤਕਕਾਰ ਹੈ ਔਰ ਵਾਰਤਕ ਦੀ ਸਾਧ ਭਾਸ਼ਾ ਤੋਂ ਮੁਕਤੀ ਕੀਤੀ ਇਹਨੇ। ਇਸ ਨੇ ਆਪਣੇ ਦੌਰ ਦੀ ਜਿਹੜੀ ਭਾਸ਼ਾ ਸੀ ਉਸ ਨੂੰ ਵਰਤਿਆ, ਕਿਉਂਕਿ ਇਸ ਤੋਂ ਪਹਿਲਾਂ ਜੇ ਵਾਰਤਕ ਦੇਖੀਏ ਮੱਧਕਾਲ ਦੀ ਜਿਹੜੀ ਵਾਰਤਕ ਹੈ ਜਿਸ ਜਨਮ ਸਾਖੀਆਂ ਨੇ, ਟੀਕੇ ਨੇ, ਪਰਮਾਰਥ ਨੇ, ਬਹੁਤ ਕੁਝ ਲਿਖਿਆ ਗਿਆ। ਉਸ ਤੋਂ ਗਾਂ ਅਗਰ ਆਪਾਂ ਗੱਲ ਕਰੀਏ ਆਧੁਨਿਕ ਦੇ ਅੰਦਰ ਵਾਰਤਕਕਾਰਾਂ ਦੇ ਅੰਦਰ, ਤਾਂ ਸਰਦਾਰ ਰਾਮ ਫਲੋਰੀ ਦਾ ਮੋਢੀਆਂ ਦੇ ਵਿੱਚ ਨਾਮ ਆਉਂਦਾ ਹੈ ਭਾਈ। ਹੋਰ ਤੁਸੀਂ ਆਰਤੀ ਸੁਣੀ ਹੋਵੇਗੀ, ਓਮ ਜੈ ਜਗਦੀਸ਼ ਹਰੇ, ਸਵਾਮੀ ਜੈ ਜਗਦੀਸ਼ ਹਰੇ। ਇਹ ਆਰਤੀ ਬੜੀ ਹਿੱਟ ਹੈ ਭਾਈ, ਹਰ ਕਿਸੇ ਨੇ ਸੁਣੀ ਹੋਈ ਹੈ, ਮੈਂ ਵੀ ਸੁਣੀ ਹੋਈ ਹੈ, ਤੁਸੀਂ ਤਾਂ ਸੁਣੀ ਹੋਵੇਗੀ ਭਾਈ। ਹਿੰਦੂ ਸੱਭਿਆਚਾਰ ਤੋਂ ਸੰਬੰਧਿਤ ਜਿਹੜੇ ਵੀ ਬੰਦੇ ਹੈਗੇ ਆ ਉਹਨਾਂ ਨੇ ਜ਼ਰੂਰ ਸੁਣੀ ਹੋਵੇਗੀ ਇਸ ਨੂੰ, ਹੋਰ ਗਾਈ ਵੀ ਹੋਵੇਗੀ। ਓਮ ਜੈ ਜਗਦੀਸ਼ ਹਰੇ ਦਾ ਜਿਹੜਾ ਲੇਖਕ ਹੈ, ਰਚਨਾਕਾਰ ਹੈ, ਉਹ ਹੈ ਸਰਦਾਰ ਰਾਮ ਫਲੋਰੀ, ਫਲੌਰ ਦਾ ਰਹਿਣ ਵਾਲਾ। ਉਸਨੇ ਵੈਸੇ ਹਿੰਦੀ ਨਾਵਲ ਵੀ ਲਿਖੇ ਹੈ, ਪਰੰਤੂ ਉਹ ਜਾਣਿਆ ਜਾਂਦਾ ਹੈ ਵਾਰਤਕਕਾਰ ਦੇ ਤੌਰ ਤੇ। ਉਹਦੇ ਪ੍ਰਸਿੱਧ ਲੇਖ ਨੇ ਭਾਈ ਗਲੀਚ ਤੇ ਗੰਗਾ ਇਸ਼ਨਾਨ। ਗੰਗਾ ਇਸ਼ਨਾਨ ਲੇਖ ਹੈ, ਉਸ ਦੇ ਵਿੱਚ ਗੰਗਾ ਇਸ਼ਨਾਨ ਜਿਹੜੇ ਜਾਂਦੇ ਹੈ ਲੋਕ, ਉਹਨਾਂ ਬਾਰੇ ਦੱਸਿਆ ਕਿਵੇਂ ਇੱਥੋਂ ਜੱਥੇ ਹੈ ਗੰਗਾ ਇਸ਼ਨਾਨ ਤੇ ਜਾਂਦੇ ਆ, ਉੱਥੋਂ ਵਾਪਸ। ਇਹ ਸਾਰਾ ਜਿਹੜਾ ਘਟਨਾਕ੍ਰਮ ਹੈ ਉਸ ਦਾ ਵਰਣਨ, ਸੱਭਿਆਚਾਰ ਦਾ ਵਰਣਨ ਗੰਗਾ ਇਸ਼ਨਾਨ ਦੇ ਬਾਰੇ ਇਸ ਵਿੱਚ ਲਿਖਿਆ ਹੋਇਆ ਹੈ। ਇਹਦੀਆਂ ਜਿਹੜੀਆਂ ਪ੍ਰਸਿੱਧ ਵਾਰਤਕ ਰਚਨਾਵਾਂ ਨੇ ਉਹ ਹੈ ਸਿੱਖ ਰਾਜ ਦੀ ਵਿਥਿਆ, ਪੰਜਾਬੀ ਬਾਤਚੀਤ। ਸਿੱਖ ਰਾਜ ਦੀ ਵਿਥਿਆ ਜਿਹੜੀ ਹੈ ਉਸ ਦੇ ਵਿੱਚ ਇਸਨੇ ਇਸ ਰਚਨਾ ਦੇ ਅੰਦਰ ਕੀ ਹੈ, ਇਸ ਰਚਨਾ ਦੇ ਅੰਦਰ ਸਿੱਖ ਗੁਰੂਆਂ ਦੇ ਬਾਰੇ ਹੈ ਭਾਈ। ਸਭ ਤੋਂ ਪਹਿਲਾ ਜਿਹੜਾ ਭਾਗ ਹੈ ਉਸ ਦੇ ਵਿੱਚ ਸਿੱਖ ਗੁਰੂਆਂ ਦੇ ਬਾਰੇ, ਸਿੱਖ ਧਰਮ ਦੇ ਬਾਰੇ ਦੱਸਿਆ ਗਿਆ ਹੈ। ਉਸ ਤੋਂ ਅਗਲਾ ਜਿਹੜਾ ਭਾਗ ਹੈ ਉਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਦੱਸਿਆ ਗਿਆ ਹੈ। ਯਾਨੀ ਕਿ ਸਿੱਖ ਰਾਜ ਕਾਲ, ਸਿੱਖ ਗੁਰੂਆਂ, ਸਿੱਖ ਧਰਮ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦਾ ਵਰਣਨ ਇਸ ਕਿਤਾਬ ਦੇ ਅੰਦਰ ਹੈ। ਸਿੱਖ ਰਾਜ ਦੀ ਵਿਥਿਆ ਦੱਸਿਆ ਗਿਆ ਹੈ, ਸਿੱਖ ਰਾਜ ਫਿਰ ਕਿਵੇਂ ਚਲਾ ਗਿਆ। ਹੋਰ ਅਖੀਰਲਾ ਜਿਹੜਾ ਅਧਿਆਇ ਹੈ ਉਸ ਦੇ ਵਿੱਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਬਾਰੇ ਜੇ ਦੇਖਿਆ ਜਾਵੇ ਤਾਂ ਇਸ ਕਿਤਾਬ ਦੇ ਅੰਦਰ ਕੀ ਹੈ, ਸਿੱਖ ਧਰਮ ਬਾਰੇ, ਸਿੱਖ ਗੁਰੂਆਂ ਦੇ ਬਾਰੇ, ਮਹਾਰਾਜਾ ਰਣਜੀਤ ਸਿੰਘ ਦੇ ਬਾਰੇ, ਸਿੱਖ ਗੁਰੂਆਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ, ਔਰ ਅਖੀਰ ਦੇ ਵਿੱਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਬਾਰੇ ਇਸ ਕਿਤਾਬ ਦੇ ਅੰਦਰ ਲਿਖਿਆ ਹੋਇਆ ਹੈ। ਦੇਖੋ ਇਸ ਪੁਸਤਕ ਦੇ ਵਿੱਚ ਜਿਹੜਾ ਸਰਦਾਰ ਰਾਮ ਫਲੋਰੀ ਸੀਗਾ ਉਸਨੇ ਸਿੱਖ ਗੁਰੂਆਂ ਦੇ ਪ੍ਰਤੀ ਸੰਕੀਰਣ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇਹ ਪੁਸਤਕ ਉਸਨੇ ਸਿਰਫ ਤੇ ਸਿਰਫ ਅੰਗਰੇਜ਼ਾਂ ਦੇ ਕਹਿਣ ਤੇ ਲਿਖੀ ਸੀ, ਉਹਨਾਂ ਨੂੰ ਖੁਸ਼ ਕਰਨ ਲਈ ਲਿਖੀ ਸੀ। ਦੂਜੀ ਕਿਤਾਬ ਵੀ ਉਹਨਾਂ ਨੇ ਭਾਈ ਅੰਗਰੇਜ਼ਾਂ ਨੂੰ ਕਹਿਣ ਲਈ, ਖੁਸ਼ ਕਰਨ ਲਈ ਲਿਖੀ ਸੀ ਭਾਈ ਉਸਨੇ। ਹੋਰ ਅੰਗਰੇਜ਼ ਹੈ ਜਿਹੜੇ ਪੰਜਾਬ ਦੇ ਬਾਰੇ ਜਾਣ, ਪੰਜਾਬ ਦੇ ਸੱਭਿਆਚਾਰ ਬਾਰੇ ਜਾਣ, ਪੰਜਾਬ ਦੇਸ਼ ਦੀਆਂ ਜਾਤਾਂ, ਰਸਮਾਂ, ਰਿਵਾਜਾਂ ਦੇ ਬਾਰੇ ਜਾਣ, ਤਾਂ ਕਿ ਉਹਨਾਂ ਨੂੰ ਫਿਰ ਇੱਥੇ ਰਾਜ ਕਰਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਠਿਨਾਈ ਹੈ ਜੋ ਉਹ ਨਾ ਹੋਵੇ ਭਾਈ। ਆਰਾਮ ਨਾਲ ਉੱਥੇ ਦੇ ਸੱਭਿਆਚਾਰ ਨੂੰ ਸਮਝ ਲੈਣਗੇ ਤਾਂ ਥੋੜੀ ਆਸਾਨੀ ਰਹੇਗੀ ਭਾਈ। ਇਸ ਨੂੰ ਧਿਆਨ ਚ ਰੱਖਦੇ ਹੋਏ ਕਿਤਾਬਾਂ ਲਿਖੀਆਂ ਗਈਆਂ। ਅਗਲੀ ਕਿਤਾਬ ਹੈ ਜਿਹੜੀ ਉਹ ਵੀ ਇਸ ਦੀ ਉਸ ਸਮੇਂ ਦੀ ਬਹੁਤ ਹਿੱਟ ਕਿਤਾਬ ਹੈ ਭਾਈ। ਅੰਗਰੇਜ਼ਾਂ ਦਾ ਰਾਜ ਸੀ, ਉਹਨਾਂ ਤੋਂ ਲਿਖਵਾਈ ਸੀ ਤੇ ਅੰਗਰੇਜ਼ ਤਾਂ ਕਿ ਸੱਭਿਆਚਾਰ ਤੋਂ ਜਾਣੂ ਹੋ ਜਾਣ, ਤਾਂ ਅੰਗਰੇਜ਼ਾਂ ਨੇ ਤਾਂ ਫਿਰ ਇਹਦੀ ਕਿਤਾਬ ਨੂੰ ਪ੍ਰਮੋਟ ਹੀ ਕਰਨਾ ਸੀ ਭਾਈ। ਪੰਜਾਬੀ ਬਾਤਚੀਤ
ਇਹ ਪੁਸਤਕ ਖਾਸ ਤੌਰ ਤੋਂ ਅੰਗਰੇਜ਼ਾਂ ਦੀ ਪੰਜਾਬੀ ਸੱਭਿਆਚਾਰ ਤੇ ਬੋਲੀ ਨੂੰ ਸਾਂਝ ਪਾਉਣ ਲਈ, ਉਹ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝ ਜਾਣ, ਇਸ ਲਈ ਪਾਦਰੀ ਜਾਨ ਨਿਊਟਨ ਦੇ ਕਹਿਣ ਦੇ ਉੱਤੇ ਲਿਖੀ ਸੀ ਭਾਈ। ਔਰ ਇਹ ਜਿਹੜੀ ਪੁਸਤਕ ਹੈ ਪ੍ਰਬੰਧਕੀ ਸੇਵਾ ਦੇ ਵਿੱਚ ਸ਼ਾਮਲ ਹੋਣ ਲਈ, ਜਿਹੜੀ ਸਿਵਲ ਸਰਵਿਸਿਜ਼ ਨੇ ਉਹਨਾਂ ਵਿੱਚ ਸ਼ਾਮਲ ਹੋਣ ਲਈ ਇਸ ਪੁਸਤਕ ਦਾ ਅਧਿਐਨ ਕਰਨਾ ਜ਼ਰੂਰੀ ਸੀ। ਉਸ ਸਮੇਂ ਇਸ ਪੁਸਤਕ ਚੋਂ ਆਇਆ ਕਰਦਾ ਸੀ ਭਾਈ, ਇੰਨੀ ਇੰਪੋਰਟੈਂਸ ਸੀ ਉਸ ਸਮੇਂ ਇਸ ਪੁਸਤਕ ਦੀ। ਤਾਂ ਹੀ ਕਰਕੇ ਸ਼ੁਰੂਆਤੀ ਦੌਰ ਤੇ ਜਦੋਂ ਵਾਰਤਕਕਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਜਿਹੜਾ ਸਰਦਾਰ ਰਾਮ ਫਲੋਰੀ ਹੈ ਉਹ ਉਭਰ ਕੇ ਮੁੱਢਲੇ ਵਾਰਤਕਕਾਰਾਂ ਦੇ ਵਿੱਚੋਂ ਖੜਾ ਹੁੰਦਾ ਹੈ ਭਾਈ। ਇਸ ਜਿਹੜੀ ਕਿਤਾਬ ਹੈ ਇਹਦੇ 3 ਭਾਗ ਹੈ। ਜਿਹੜਾ ਪਹਿਲਾ ਭਾਗ ਹੈ ਉਸ ਦੇ ਵਿੱਚ ਮਾਝੇ ਦੇ ਲੋਕ ਵਿਹਾਰਾਂ ਦੀ ਜਾਣਕਾਰੀ ਹੈ, ਮਾਝੇ ਦੇ ਸੱਭਿਆਚਾਰ ਦੀ ਜਾਣਕਾਰੀ ਹੈ ਭਾਈ ਪਹਿਲੇ ਭਾਗ 'ਚ। ਦੂਜੇ ਭਾਗ 'ਚ ਦੁਆਬੇ ਖੇਤਰ ਬਾਰੇ, ਦੁਆਬੇ ਖੇਤਰ ਦੇ ਸੱਭਿਆਚਾਰ ਬਾਰੇ ਜਾਣਕਾਰੀ ਹੈ, ਦੁਆਬੇ ਖੇਤਰ ਬਾਰੇ ਜਾਣਕਾਰੀ ਹੈ। ਤੀਜੇ ਭਾਗ ਦੇ ਅੰਦਰ ਕਾਂਗੜੇ ਅਤੇ ਮਾਲਵੇ ਦੇ ਜੱਟਾਂ ਬਾਰੇ ਜਾਣਕਾਰੀ ਹੈ। ਉਸ ਵਿੱਚ ਦੁਆਬੇ ਦੇ ਮੁਸਲਮਾਨ ਬਾਰੇ ਵੀ ਲਿਖਿਆ ਹੋਇਆ ਹੈ ਤੇ ਕਾਂਗੜੇ ਤੇ ਮਾਲਵੇ ਦੇ ਜੱਟਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇਸ ਤਰੀਕੇ ਨਾਲ ਪੰਜਾਬੀ ਬਾਤਚੀਤ ਜਿਹੜੀ ਵਾਰਤਕ ਪੁਸਤਕ ਹੈ ਉਸ ਦੇ ਅੰਦਰ ਕੀ ਮੈਟਰ ਹੈ? ਉਸ ਦੇ ਅੰਦਰ ਮੈਟਰ ਹੈ ਮਾਝਾ, ਦੁਆਬਾ, ਮਾਲਵੇ ਤੇ ਕਾਂਗੜੇ ਦੇ ਸੱਭਿਆਚਾਰ ਬਾਰੇ ਸੰਖੇਪ ਚ ਅਗਰ ਆਪਾਂ ਕਹਿ ਲਈਏ। ਔਰ ਇਸ ਪੁਸਤਕ ਦਾ ਗੁਰਮੁਖੀ ਤੋਂ ਰੋਮਨ ਲਿਪੀ ਦੇ ਵਿੱਚ ਵੀ ਲਿਪਿਆਂਤਰਣ ਹੋਇਆ। ਗੁਰਮੁਖੀ ਚ ਰੋਮਨ ਚ ਲਿਖੀ ਗਈ ਕਿਉਂਕਿ ਅੰਗਰੇਜ਼ ਫਿਰ ਚੰਗੀ ਤਰ੍ਹਾਂ ਸਮਝ ਜਾਣ ਪਈ, ਅੰਗਰੇਜ਼ ਜਾਣੂ ਹੋ ਜਾਣ। ਇਹਦੀਆਂ ਕਿਤਾਬਾਂ ਨੂੰ ਇਸੇ ਕਾਰਨ ਰੋਮਨ ਚ ਲਿਖਿਆ ਗਿਆ। ਅੰਗਰੇਜ਼ ਲੋਕ ਹੈ ਜੋ ਜਾਣੂ ਹੋ ਜਾਣ, ਕਿਉਂਕਿ ਉਹਨਾਂ ਨੂੰ ਗੁਰਮੁਖੀ ਤਾਂ ਆਂਦੀ ਨਹੀਂ ਸੀਗੀ। ਰੋਮਨਸ ਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਪੜ੍ਹਿਆ, ਜਾਣਗੇ ਉਹ ਆਪਣੇ ਸੱਭਿਆਚਾਰ ਨੂੰ, ਤਾਂ ਕਿ ਜਦੋਂ ਆਪਣੇ ਸੱਭਿਆਚਾਰ ਨੂੰ ਜਾਣ ਲੈਣਗੇ ਫਿਰ ਹੀ ਤਾਂ ਢਾਹ ਲਾਣਗੇ ਨਾ, ਐਵੇਂ ਕਿਵੇਂ ਢਾਹ ਲਾ ਦੇਣਗੇ। ਇਸ ਲਈ ਔਰ ਤਾਂ ਕਿ ਉਹ ਲੋਕਾਂ ਨੂੰ ਸਮਝ ਸਕਣ ਔਰ ਆਪਾਂ ਰਾਜ ਕਰਨਾ ਜਿਹੜਾ ਉਹ ਆਸਾਨ ਹੋ ਸਕੇ ਭਾਈ। ਇਸ ਪੁਸਤਕ ਵਿੱਚ ਇਲਾਕਿਆਂ ਦੀ ਉਪਬੋਲੀਆਂ, ਰਸਮਾਂ, ਰੀਤਾਂ, ਡੰਗਰਾਂ ਬਾਰੇ, ਗਾਲਾਂ ਵਾਲੀ ਬੋਲੀ, ਅਸ਼ਲੀਲ ਬੋਲੀ, ਪਾਤਰਾਂ ਦੇ ਅਨੁਸਾਰ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਵੀ ਕਿਹੜਾ ਪਾਤਰ ਹੈ ਜੋ ਕਿਸ ਹਿਸਾਬ ਦੀ ਭਾਸ਼ਾ ਹੈ ਜੋ ਬੋਲਦਾ ਹੈ, ਉਸ ਹਿਸਾਬ ਨਾਲ ਹੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਕਿਹੜਾ ਬੰਦਾ ਕਿਸ ਤਰੀਕੇ ਦੀ ਬੋਲੀ ਵਰਤਦਾ ਹੈ। ਮੁਹਾਵਰੇ, ਬੁਝਾਰਤਾਂ, ਲੋਕ ਗੀਤ, ਸੱਭਿਆਚਾਰ ਬਾਰੇ ਜਾਣਕਾਰੀ ਹੈ ਮਿਲਦੀ ਹੈ। ਪੂਰੀ ਵਸਤੂ ਸਮੱਗਰੀ ਦਾ ਵੇਰਵਾ ਬੜਾ ਹੀ ਗਹਿਰਾਈ ਦੇ ਨਾਲ, ਡੂੰਘਾਈ ਨਾਲ ਪੇਸ਼ ਕੀਤਾ ਗਿਆ ਹੈ ਕਿਉਂਕਿ ਇਹਨਾਂ ਪੁਸਤਕਾਂ ਦਾ ਮੂਲ ਉਦੇਸ਼ ਅੰਗਰੇਜ਼ਾਂ ਨੂੰ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਸੀਗਾ। ਔਰ ਸਰਦਾਰ ਰਾਮ ਫਲੋਰੀ ਆਧੁਨਿਕ ਵਾਰਤਕਕਾਰ ਹੈਗਾ, ਆਧੁਨਿਕ ਵਾਰਤਕ ਦਾ ਲਿਖਾਰੀ ਹੈ ਜੋ ਕਿ ਮਿਸ਼ਨ ਪ੍ਰੈਸ ਲੁਧਿਆਣਾ ਵਿੱਚ ਅਨੁਵਾਦਕ ਰਿਹਾ। ਮਿਸ਼ਨ ਪ੍ਰੈਸ ਲੁਧਿਆਣਾ ਦੇ ਵਿੱਚ ਅਨੁਵਾਦਕ ਰਿਹਾ ਕਿਉਂਕਿ ਦੇਖਿਆ ਜਾਵੇ ਤਾਂ ਲੁਧਿਆਣਾ ਦੇ ਵਿੱਚ ਅੰਗਰੇਜ਼ਾਂ ਦੀ ਜਿਹੜੀ ਪ੍ਰਭਾਵ ਸੀਗਾ ਜ਼ਿਆਦਾ ਸੀਗਾ ਭਾਈ ਲੁਧਿਆਣੇ ਦੇ ਅੰਦਰ। ਉੱਥੋਂ ਉਹਨਾਂ ਨੇ ਸਥਾਪਿਤ ਕੀਤਾ ਸੀ, ਬਾਅਦ ਚ ਭਾਵੇਂ ਉਹਨਾਂ ਨੇ ਹੋਰ ਥਾਂ ਵਗੈਰਾ ਸ਼ਿਫਟ ਕਰ ਲਿਆ ਸਿਸਟਮ ਨੂੰ। ਹੋਰ ਪਾਦਰੀ ਜੌਨ ਨਿਊਟਨ ਨਾਲ ਉਸਦੇ ਚੰਗੇ ਸੰਬੰਧ ਸੀਗੇ, ਚੰਗੀ ਬਣਦੀ ਸੀਗੀ, ਕੜਛਾ ਸੀਗਾ ਸਿੱਧੀ ਗੱਲ ਕਹਿ ਲਈਏ ਤਾਂ। ਔਰ ਉਸ ਨੇ ਅੰਗਰੇਜ਼ ਸਰਕਾਰ ਵੱਲੋਂ ਇਹਨੂੰ ਮਾਨ सम्मान ਵੀ ਦਿਵਾਏ, ਬਣਦਾ ਸਤਕਾਰ ਵੀ ਇਸ ਦਾ ਕੀਤਾ। ਉਸ ਸਮੇਂ ਬਈ ਸਰਦਾਰ ਰਾਮ ਫਲੋਰੀ ਹੁੰਦੀ ਸੀ ਅੰਗਰੇਜ਼ਾਂ ਦੇ ਸਮੇਂ। ਪੰਜਾਬੀ ਭਾਸ਼ਾ ਮਲਵਈ ਤੇ ਦੁਆਬੀ ਤੋਂ ਪ੍ਰਭਾਵਿਤ ਇਹਦੀ ਸੀਗੀ ਭਾਈ ਜੋ ਇਸ ਨੇ ਵਰਤੀ। ਹੁਣ ਅੱਗੇ ਗੱਲ ਕਰੀਏ ਅਗਲੇ ਵਾਰਤਕਕਾਰ ਦੀ, ਪ੍ਰਿੰਸੀਪਲ ਤੇਜਾ ਸਿੰਘ। ਪੰਜਾਬੀ ਵਾਰਤਕ ਨੂੰ ਟਕਸਾਲੀ ਰੂਪ ਦੇਣ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ। ਵਿਲੱਖਣ ਸ਼ੈਲੀਕਾਰ, ਆਲੋਚਕ ਉਹਨਾਂ ਨੂੰ ਨਿਬੰਧਕਾਰ ਲਿਖਣ ਦੀ ਥਾਂ ਸ਼ੈਲੀਕਾਰ ਵੀ ਕਹਿੰਦੇ ਆ, ਵਿਲੱਖਣ ਸ਼ੈਲੀਕਾਰ। ਦੇਖੋ ਬਹੁਤ ਘੱਟ ਮਹਾਨ ਸ਼ੈਲੀਕਾਰ ਹੋਏ ਨੇ, ਜਿਨ੍ਹਾਂ ਵਿੱਚੋਂ ਆਪਾਂ ਗੱਲ ਕਰੀਏ ਪ੍ਰੋਫੈਸਰ ਪੂਰਨ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ,
ਆਧੁਨਿਕ ਸਮੇਂ ਦੀ ਅਗਰ ਗੱਲ ਕਰ ਲਈਏ, ਯੂਥ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਪਪੂਲਰ ਹੈ, ਲੋਕ ਉਹਨੂੰ ਬੜਾ ਸੁਣਦੇ ਆ ਭਾਈ, ਨਰਿੰਦਰ ਸਿੰਘ ਕਪੂਰ। ਅਗਰ ਤੁਸੀਂ ਨਹੀਂ ਦੇਖਿਆ ਹੋਵੇ ਤਾਂ YouTube ਦੇ ਉੱਤੇ ਵੇਖਿਓ, ਪ੍ਰੋਫੈਸਰ ਹੈਗਾ ਔਰ ਇਸ ਸਮੇਂ ਦਾ ਵਾਰਤਕਕਾਰ ਦੇ ਤੌਰ ਤੇ ਬੜਾ ਹੀ ਪਪੂਲਰ ਬੰਦਾ ਹੈ ਭਾਈ ਉਹ ਨਰਿੰਦਰ ਸਿੰਘ। ਲੋਕ ਉਹਨੂੰ ਬਹੁਤ ਫੋਲੋ ਕਰਦੇ ਆ ਭਾਈ, ਯੂਥ ਉਹਨੂੰ ਬਹੁਤ ਫੋਲੋ ਕਰਦਾ ਹੈ। ਅਮਰੀਕਾ ਦੀਆਂ ਜਿਹੜੀਆਂ ਬੁੱਕਸ ਨੇ ਉਸ ਤੋਂ ਲਾਹਾ ਲੈ ਕੇ ਪੰਜਾਬੀ ਦੇ ਵਿੱਚ ਲਿਖ ਰਿਹਾ, ਵਿਲੱਖਣ ਸ਼ੈਲੀਕਾਰ ਹੈ। ਮੁੱਢਲੇ ਸ਼ੈਲੀਕਾਰਾਂ ਦੀ ਗੱਲ ਕੀਤੀ ਜਾਏ, ਪ੍ਰੋਫੈਸਰ ਪੂਰਨ ਸਿੰਘ ਜਿਹਦੇ ਵਿੱਚ ਵਿਲੱਖਣਤਾ ਸੀਗੀ ਭਾਈ। ਉਸ ਤੋਂ ਬਾਅਦ ਪ੍ਰਿੰਸੀਪਲ ਤੇਜਾ ਸਿੰਘ ਹੈ, ਵਿਲੱਖਣ ਸ਼ੈਲੀਕਾਰ। ਇਸੇ ਕਾਰਨ ਤਾਂ ਆਪਣੇ ਸਿਲੇਬਸ ਦੇ ਅੰਦਰ ਹੈ ਭਾਈ। ਇਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਹ ਕਿੰਨੇ ਮਹੱਤਵਪੂਰਨ ਲੋਕ ਨੇ, ਇਹਨਾਂ ਦਾ ਕੀ ਸਥਾਨ ਬਣਦਾ ਹੈ ਪੰਜਾਬੀ ਵਾਰਤਕ ਦੇ ਅੰਦਰ। ਇਸ ਦੇ ਕਈ ਨਿਬੰਧ ਸੰਗ੍ਰਹਿ ਭਾਈ, ਨਵੀਆਂ ਸੋਚਾਂ, ਸਹਿਜ ਸੁਭਾਅ, ਸੱਭਿਆਚਾਰ, ਗੁਸਲਖਾਨਾ ਤੇ ਹੋਰ ਲੇਖ। ਗੁਸਲਖਾਨਾ ਤੇ ਹੋਰ ਲੇਖ ਭਾਈ ਇਹਦੇ ਨਿਬੰਧ ਸੰਗ੍ਰਹਿ ਨੇ। ਇਹਦੀਆਂ ਹੋਰ ਰਚਨਾਵਾਂ ਦੀ ਗੱਲ ਕਰੀਏ, ਆਸਾ ਦੀ ਵਾਰ, ਸਟੀਕ, ਪੰਜਾਬੀ ਕਿਵੇਂ ਲਿਖੀ। ਹੁਣ ਪੰਜਾਬੀ ਕਿਵੇਂ ਲਿਖੀ ਪੁਸਤਕ ਹੈ ਭਾਈ, ਦੇਖਣ ਚ ਐਵੇਂ ਲੱਗਦਾ ਜੇ ਪੰਜਾਬੀ ਕਿਵੇਂ ਲਿਖੀ, ਔਰ ਇਹ ਕੀ ਹੈ, ਸਾਹਿਤ ਦੇ ਬਾਰੇ ਇੱਕ ਪੁਸਤਕ ਹੈ, ਸਾਹਿਤ ਦੇ ਰੂਪਾਂ ਬਾਰੇ ਦੱਸਿਆ ਗਿਆ ਹੈ ਭਾਈ ਇਸ ਦੇ। ਹੁਣ ਇਹ ਆਲੋਚਨਾ ਦੇ ਖੇਤਰ ਦੀ ਗੱਲ ਹੈ ਭਾਈ, ਆਪਣੇ ਸਿਲੇਬਸ ਨਹੀਂ ਹੈ, ਨਹੀਂ ਤਰ੍ਹਾਂ ਦੇ ਭਾਗ ਹੈਗੇ ਆ, ਭਾਗਾਂ ਵਿੱਚ ਲਿਖਿਆ ਗਿਆ। ਬਹੁਤ ਵਧੀਆ ਪੁਸਤਕ ਹੈ, ਪਰੰਤੂ ਚਲੋ ਆਪਾਂ ਇਸ ਨੂੰ ਵੈਸੇ ਹੀ ਦੇਖ ਲੈਂਦੇ ਹਾਂ। ਆਸਾ ਦੀ ਵਾਰ ਦੇ ਉੱਤੇ ਸਟੀਕ ਹੈ, ਲਿਖਿਆ ਇਸਨੇ ਪੰਜਾਬੀ ਕਿਵੇਂ ਲਿਖੀਏ, ਪੰਜਾਬੀ ਭੋਰੇ, ਪੰਜਾਬੀ ਸ਼ਬਦ ਜੋੜ। ਵੈਸੇ ਸ਼ਬਦ ਜੋੜ ਦੀ ਸਭ ਤੋਂ ਪਪੂਲਰ ਬੁੱਕ ਅਗਰ ਤੁਸੀਂ ਪੜ੍ਹਨੀ ਹੋਵੇ ਤਾਂ ਪ੍ਰੋਫੈਸਰ ਹਰਕੀਰਤ ਸਿੰਘ ਦੀ ਹੈ ਭਾਈ, ਭਾਸ਼ਾ ਵਿਗਿਆਨੀ ਹੈ। ਉਹਦੀ ਭਾਸ਼ਾ ਤੇ ਪੰਜਾਬੀ ਭਾਸ਼ਾ ਤੇ ਭਾਸ਼ਾ ਵਿਗਿਆਨ ਦੀ ਕਿਤਾਬ ਵੀ ਬਹੁਤ ਵਧੀਆ, ਤੇ ਸ਼ਬਦ ਜੋੜ ਦੇ ਨਿਯਮ ਉਹਦੀ TC ਦੀ ਕਿਤਾਬ ਹੈ ਭਾਈ। TC ਵਾਲੇ ਬੇਰ ਸਮਝ ਲਓ ਉਹਨੂੰ, ਬਹੁਤ ਵਧੀਆ ਚੋਟੀ ਦੀ ਕਿਤਾਬ ਹੈ। ਸਾਹਿਤ ਦਰਸ਼ਨ ਇਸ ਦੀ ਆਲੋਚਨਾ ਤੋਂ ਸੰਬੰਧਿਤ ਕਿਤਾਬ ਹੈ ਭਾਈ। ਉਹਦੀ ਸਵੈ ਜੀਵਨੀ ਹੈ ਆਰਸੀ ਸਵੈ ਜੀਵਨੀ। ਜਦੋਂ ਸਵੈ ਜੀਵਨੀ ਦੀ ਗੱਲ ਕਰਾਂਗੇ ਤਾਂ ਵਿਸਥਾਰ ਨਾਲ ਆਪਾਂ ਪੜਾਂਗੇ, ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਸਾਰੀਆਂ ਹੀ ਸਵੈ ਜੀਵਨੀਆਂ ਜਿਹੜੀਆਂ PDF ਬਣਾ ਕੇ ਐਪ ਦੇ ਉੱਤੇ ਪਾ ਦੇਵਾਂ, ਟੈਲੀਗ੍ਰਾਮ ਚੈਨਲ ਦੇ ਉੱਤੇ ਪਾ ਦਾਂ, ਤੁਸੀਂ ਪੜ੍ਹ ਸਕੋ। ਸੰਖੇਪ ਸਾਰ ਮੈਂ ਕਰਵਾਈ ਦੂੰਗਾ। ਆਰਸੀ ਤੇਜਾ ਸਿੰਘ ਦੀ ਸਵੈ ਜੀਵਨੀ ਹੈ। ਭਾਈ ਗੁਰਦਾਸ ਜੀ ਦੀ ਤੁਕ, ਆਪ ਨਲੇ ਹੱਥ ਆਰਸੀ ਆਪੇ ਹੀ ਵੇਖੈ, ਉੱਤੇ ਆਪਣੀ ਸਵੈ ਜੀਵਨੀ ਦਾ ਨਾਮ ਇਸ ਰੱਖ ਲਿਆ ਆਰਸੀ। ਪੰਜਾਬੀ ਸਾਹਿਤ ਦੀ ਪਹਿਲੀ ਸਵੈ ਜੀਵਨੀ। ਵੈਸੇ ਆਰਸੀ ਮੈਂ ਤੁਹਾਨੂੰ ਦੱਸਦਾ, ਔਰਤਾਂ ਦੇ ਅੰਗੂਠੇ ਵਿੱਚ ਪਾਉਣ ਵਾਲਾ ਇੱਕ ਗਹਿਣਾ ਹੁੰਦਾ ਹੈ ਭਾਈ। ਜਿਵੇਂ ਇੱਥੇ ਮੁੰਦੀਆਂ ਪੈਂਦੀਆਂ ਬਈ, ਉਂਗਲਾਂ 'ਚ ਕੀ ਪੈਂਦੀਆਂ, ਮੁੰਦੀਆਂ ਪੈਂਦੀਆਂ, ਅੰਗੂਠੇ 'ਚ ਕੀ ਪੈਂਦਾ, ਆਰਸੀ ਪੈਂਦੀ ਹੈ ਭਾਈ, ਆਰਸੀ। ਜਿਸ ਵਿੱਚ ਨਾ ਥੋੜਾ ਸ਼ੀਸ਼ਾ ਵੀ ਜੜਿਆ ਹੁੰਦਾ ਹੈ, ਬੰਦਾ ਉਹਦੇ ਵਿੱਚ ਸ਼ਕਲ ਵੀ ਦੇਖ ਸਕਦਾ ਹੈ ਭਾਈ। ਇੱਕ ਲੋਕ ਗੀਤ ਵਿੱਚ ਪਹਿਲਾ ਪਾ ਲੈ ਅੰਗੂਠੇ ਵਿੱਚ ਆਰਸੀ, ਜੇ ਤੂੰ ਮੇਰਾ ਹਾਣ ਲੋਚਦੀ। ਜਿਵੇਂ ਛੰਦੀ ਮੁੰਦੀਆਂ ਛੱਲੇ ਬਟਾ ਲਈਏ ਭਾਈ, ਇੱਥੇ ਕੀ ਆਰਸੀ ਬਟਾਉਣ ਦੀ ਗੱਲ ਕੀਤੀ ਹੈ, ਤੇ ਹਾਣ ਲੋਚਦੀ ਹੈ ਤਾਂ ਭਾਈ ਆਰਸੀ ਬਟਾ ਲਈ। ਤੇ ਆਰਸੀ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋ, ਅੰਗੂਠੇ 'ਚ ਪਾਉਣ ਵਾਲਾ ਹੁੰਦਾ ਹੈ। ਆਰਸੀ ਇੱਕ ਦਿੱਲੀ ਤੋਂ ਛਪਦਾ ਹੋਇਆ ਮਾਸਕ ਪੱਤਰ ਵੀ ਸੀ ਭਾਈ। ਇਸ ਬਾਰੇ ਹੋਰ ਜਾਣਕਾਰੀ ਆਪਾਂ ਜਦੋਂ ਸਵੈ ਜੀਵਨੀ ਕਰਾਵਾਂਗੇ ਉਸ ਸਮੇਂ ਲਵਾਂਗੇ ਭਾਈ। ਇਹਦੇ ਪ੍ਰਸਿੱਧ ਨਿਬੰਧ ਭਾਈ, ਗੰਗਾ ਦਿਨ ਬਹੁਤ ਪ੍ਰਸਿੱਧ ਨਿਬੰਧ ਹੈ ਇਹਦਾ। ਔਰ ਮੁੱਢਲੇ ਰੇਖਾ ਚਿੱਤਰ, ਇਹਨੂੰ ਰੇਖਾ ਚਿੱਤਰ ਵੀ ਕੀ ਕਹਿ ਦਿੰਦੇ ਆ ਭਾਈ, ਹੈ ਨਿਬੰਧ, ਕਿਉਂਕਿ ਆਪਣੀ ਬੋਰਡ ਦੀ ਕਿਤਾਬ 'ਚ ਨਿਬੰਧ ਦੇ ਰੂਪ ਸ਼ਾਮਲ ਹੈ ਤਾਂ ਆਪਾਂ ਨਿਬੰਧ ਮੰਨਾਂਗੇ, ਪਰੰਤੂ ਕਈ ਮੁੱਢਲੇ ਰੇਖਾ ਚਿੱਤਰਾਂ ਵਿੱਚ ਵੀ ਇਹਦੀ ਗਿਣਤੀ ਕਰਦੇ ਆ। ਪ੍ਰਸਿੱਧ ਨਿਬੰਧ ਹੈ ਜਿਹੜੇ ਗੰਗਾ ਦਿਨ, ਅਗਲੇ ਜ਼ਮਾਨੇ, ਹੱਸਣਾ ਤੇ ਕੂਕਣਾ, ਮੇਰਾ ਵਿਆਹ, ਵਿਹਲੀਆਂ ਗੱਲਾਂ, ਹਾਸ ਰਸ, ਸਾਊਪੁਣਾ, ਪੰਜਾਬੀ ਬੋਲੀ ਦੀ ਬਣਤਰ। ਪੰਜਾਬੀ ਬੋਲੀ ਦੀ ਬਣਤਰ ਬਾਰੇ ਹੈਗਾ ਬਈ ਇਹ, ਔਰ ਆਪਣੇ BA ਪੱਧਰ ਦੇ ਸਿਲੇਬਸ ਦੇ ਅੰਦਰ ਵੀ ਸ਼ਾਮਲ ਹੈਗਾ ਪੰਜਾਬੀ ਬੋਲੀ ਦੀ ਬਣਤਰ। ਔਰ ਪੰਜਾਬੀ ਬੋਲੀ ਦੀ ਬਣਤਰ ਦੇ ਬਾਰੇ ਦੇ ਰੱਖਿਆ, ਬਹੁਤ ਵਧੀਆ ਇਸ ਦਾ ਲੇਖ ਹੈ। ਉਸ ਵਿੱਚ
ਕਾਫੀ ਸਿੱਖਣ ਨੂੰ ਮਿਲਦਾ ਹੈ ਭਾਈ। ਅੱਗੇ ਆਪਾਂ ਜਦੋਂ ਸੰਖੇਪ ਸਾਰ ਕਰਾਵਾਂਗੇ ਬੀਏ ਦਾ ਤੇ ਉਸ ਸਮੇਂ ਥੋੜਾ ਵੇਖ ਲਵਾਂਗੇ, ਵਰਨਾ ਜਦੋਂ ਪੰਜਾਬੀ ਭਾਸ਼ਾ ਅਗਲਾ ਟੌਪਿਕ, ਇਸ ਤੋਂ ਬਾਅਦ ਪੰਜਾਬੀ ਵਾਰਤਕ ਤੋਂ ਬਾਅਦ ਅਗਲਾ ਟੌਪਿਕ ਜਦੋਂ ਸ਼ੁਰੂ ਕਰਾਂਗੇ ਪੰਜਾਬੀ ਭਾਸ਼ਾ ਤੇ ਲਿਪੀ ਦਾ ਵਿਕਾਸ ਤੇ ਨਿਕਾਸ, ਉਸ ਵਿੱਚ ਥੋੜਾ ਮੈਟਰ ਇੱਥੋਂ ਹੀ ਲੈ ਕੇ ਚੱਲਾਂਗੇ ਭਾਈ। ਇਹਦੇ ਵਿਵਾਦਾਗ੍ਰਸਤ ਲੇਖ ਨੇ ਜਿਹੜੇ ਭਾਈ, ਉਹਨਾਂ ਦੀ ਗੱਲ ਕਰ ਲਈਏ। ਉਹ ਹੈ ਕੀ ਗੁਰੂ ਨਾਨਕ ਦੇਵ ਜੀ ਪੜ੍ਹੇ ਹੋਏ ਸਨ? ਆਮ ਵਾਕਫੀਅਤ ਦਾ ਘਾਟਾ, ਸਿੱਖ ਤੇ ਸ਼ਾਂਤਮਈ। ਵਿਵਾਦਾਗ੍ਰਸਤ ਲੇਖ ਹੈ, ਵਿਵਾਦ ਲਗਾਤਾਰ ਕੰਟਰੋਵਰਸੀ ਦਾ ਸ਼ਿਕਾਰ ਰਹੇ ਪਈ ਆ ਲੇਖ। ਕੀ ਗੁਰੂ ਨਾਨਕ ਦੇਵ ਜੀ ਪੜ੍ਹੇ ਹੋਏ ਸਨ? ਆਮ ਵਾਕਫੀਅਤ ਦਾ ਘਾਟਾ। क्वेश्चन मार्क है इस की गुरु नानक देव जी पढ़े हुए क्वेश्चन मार्क, इसी कारण रौला पै गया। और आम वाकफियत का घाटा, भाई आम जानकारी का घाटा, ता रौला पै गया। अगे सिख, एक तो सिख होना और फिर शांतमई होना भाई, सिख होना और शांतमई होना, इस दे उत्ते उन्हें टिकट अपनी करती ते विवाद नाल घिरिया रहा। फिर ओवरऑल देखिए तो किरदार बहुत वड्डा सी भाई। वैसे भी जिहड़े प्रोफेसर रैंक के बंदे होंदे आ हाई ते ते वो कामरेड जे टाइप के बंदे होते हैं भाई ज्यादा। हुण कामरेड कहता, उस तो बाद उन्होंने विस्तारण की लोड़ नहीं है, तुसीं समझ गए होंगे। हुण गल करिए कि उसने किस किस विषय के उत्ते रचनावां रचियां। धार्मिक जो आसा दी वार दा सटीक, समाजिक सभ्याचार तो संबंधित भी उन्हें बहुत लिखा, राजनीतिक भी लिखा, देश प्यार तो संबंध लिखा, साहित्यक भी लिखा, उन्हें काफी कुछ लिखा। और इन्ना वधिया प्रिंसीपल सी ना, बहुत बंदियां नूं प्रमोट किया इसने। बहुत वड्डे वड्डे की कहते राइटर है, जिवें दलीप कोटेवाणा और अजी होर भी भाई, होर भी उभरते जिहड़े लिखाई सी, कोई इहदे कोल चला जांदा सी, कहंदा भाई तू कवितावां लिखण लग गया, किताब ही कढ देना, तां किताब ही कढा दिया करता सी। मुख बधिया सीगा, कोई चला गया कह मैं प्रमोट करूंगा, प्रमोट करने वास्ते तैयार, हर किसी को प्रमोट करता सी। नवे जिन्ने भी, भावें कोई नावलकार है, कोई कवि है, कहानीकार है, कोई भी है, सब नूं इहने प्रमोट करना। इसी कारण करनैल सिंह थिंद कहंदा सीगा, तेजा सिंह नूं पंजाबी ਸਾਹਿਤਕਾਰਾਂ ਦੇ पोतड़े ਧੋਣ वाली दाई किया। पोतड़े ਧੋਣ वाली दाई किया उसने, पोतड़े धो दिंदा अगला। किसी की किताब होंदी सी, प्रमोट करता सीगा, आंदे सी उनकी चैक कर दिया करता सी, दस दिया करता सी वधिया चीज, होर हल्लाशेरी दिंदा सीगा। किताब मार्केट तक आने तक, उस तो बाद भी प्रमोट करता सी। तां लोग बड़े 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 साहित्यकार इसने पंजाबी साहित्य नूं दित्ते भाई, लोग हजे भी ऋणी है इसते। पंजाबी साहित्य विच मौलिक निबंध लिखण दे नाल नाल लेखकां नूं उत्साहित किया इसने, ते स्वै जीवनी लिखण दी शुरुआत की। तेजा सिंह ने पंजाबी दे मुढले रेखा चित्र भी रचे भाई। गंगा दीन वैसे निबंध है, आप निबंध ही लिखना है उसमें, क्योंकि अपने बोर्ड की किताब दे दिता है। परंतु इनकी गिनती प्रीतम सिंह का सभा, प्रीतम सिंह का सभा ते गंगा दीन, दोनों बंदे हो गए, गंगा दीन ते प्रीतम, ये दोनों ही मुढले रेखा चित्र जिन्हां दी गिनती की जाती है। अंग्रेजी साहित्य तो प्रभावित सीगा भाई, पंजाबी भाषा विभाग का डायरैक्टर भी रहा होया, पंजाबी वार्तक का विकास किया, नवे लेखकां नूं उत्साह किया, मुख बंद लिखे भाई बहुत ज्यादा, मौलिक टकसाली वार्तक की सिरजना प्रिंसीपल तेजा सिंह ने बहुत भांति किस्म की निबंधां की रचना की भाई। विशेष शैलीकार, विलक्षण शैलीकार, जिसकी वार्तक शैली के गुण होरनां लई मिसाल बने। जिवें उसने की किया, देखो वार्तक के अंदर की किया उन्हें, पैरियां दी वंड, पैरियां दी वंड करता सी, पैरे वाइज लिखना, मजमून दी वंड, मजमूना का आरंभ किया, मजमून आरंभ किया, जिस तो पता लग जाए भी संदर आ चीज होगी, संदर आ चीज होगी, फिर अगे पैरियां दे विच वंडे, शुद्ध ते मियारी भाषा वरती। होर वार्तक दे अंदर कावक ते
सूक्ष्म छोह दित्तियां उसने। एक बिल्कुल टैक्नीकल तरीके नाल, तकनीकी तरीके नाल बिल्कुल एवें जचाया पूरे निबंध नूं पई, पैरिਆਂ ਵਿੱਚ वड्डिया, बढ़िया तरीके नाल मजमून दिते, वधिया तो वधिया सिरलेख देने की कोशिश की, शुद्ध ते म्यारी भाषा की वरतों की, कावक ते सूक्ष्म छोहां भी दे दिया उन्हें। ते वार्तक दे अंदर भी तुसी कावक अंदाज दे विच लिख सकते हो भाई। शब्द चोण, वाक योजना, सरल ते स्पष्ट, बिल्कुल सरल ते स्पष्ट बदले होर प्रभावशाली। उसके निबंध विच वर्णन ते चित्रण का बड़ा सुंदर सुमेल दिखाई देता। कोई पढ़ के देख लियो, वरना तुसी गंगा दीन है जिहड़ा वो जरूर पढ़िया होवेगा। एक दिल खिचवा जाए बिल्कुल है। उसकी शैली का भावुक गुण बहुत प्रबल है। भावुक हो जाओगे तुसी भी जो गंगा दीन बारे पढ़ोगे, उस लेख नूं पढ़ोगे तो भावुक हो जाओगे भाई। गंगा दीन किवें एक बेचारे का हाल की होया, वो सूक्ष्म छोहां नाल गहरे अर्थ व्यंजित कर लेंदा है। एक निबंध ही पढ़ोगे ना तुसी उनका गंगा दीन, उस नाल ही तुहानूं पता लग जाएगा कमाल दा भाई। तुसी देखोगे कोई तो कहानी है, कहानी नहीं निबंध है। और बाद च गंगा दीन दा देखोगे तो रेखा चित्र भी उभर के तुहाडे सामने आ जाऊगा भी गंगा दीन इस टाइप का बनता सी भाई। किवें ओकड़ां नूं सहारदा होया उन्हें जिंदगी जी। आ सीगा अज दा चैप्टर भाई।